ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ। ਵਾਹਿਗੁਰੂ ਜੀ ਵਾਹਿਗੁਰੂ ਜੀ। ਤਿਸ ਗੁਰ ਕੋ ਸਿਮਰੋ ਸਾਸ ਸਾਸ। ਗੁਰ ਮੇਰੇ ਪ੍ਰਾਨ ਸਤਿਗੁਰ ਮੇਰੀ ਰਾਹ। ਗੁਰ ਕਾ ਦਰਸ਼ਨ ਦੇਖ ਦੇਖ ਜੀਵਾ। ਗੁਰ ਕੇ ਚਰਨ ਧੋਏ ਧੋਏ ਪੀਵਾ। ਗੁਰ ਕਾ ਦਰਸ਼ਨ ਦੇਖ ਦੇਖ ਜੀਵਾ। ਗੁਰ ਕੇ ਚਰਨ ਧੋਏ ਧੋਏ ਪੀਵਾ। ਸੋਏ ਸੁਨੰਦੜੀ ਮੇਰਾ ਤਨ ਮਨ ਮੂਲਾ। ਸੋਏ ਸੁਨੰਦੜੀ ਮੇਰਾ ਤਨ ਮਨ ਮੂਲਾ। ਨਾਮ ਜਪੰਦੜੀ ਲਾਲੀ ਪੰਧ ਜਲੰਦੜੀ ਮੇਰਾ ਅੰਦਰ ਠੰਡਾ। ਗੁਰਦਰਸ਼ਨ ਦੇਖ ਨਿਹਾਲੀ। ਲੋਕ ਸਾਧ ਕੇ ਬਚਨ ਅਮਲੀਕ ਲਾਲ ਇਹ ਰਤਨ। ਸੁਨਤ ਕਮਾਵਤ ਹੋਤ ਉਧਾਰ। ਆਪ ਤਰੇ ਆਪ ਤਰੇ ਲੋਕੈ ਨਿਸਤਾਰ। ਦਰਸ਼ਨ ਪਿਆਸੀ ਦਿਨ ਸਿਰਾਜ। ਦਰਸ਼ਨ ਪਿਆਸੀ ਦਿਨ ਸਿਰਾਜ। ਚਿਤਵੋ ਅਨ ਦਿਨ ਨੀਰ। ਖੋਲ ਕਪਟ ਗੁਰ ਮੇਲਿਆ। ਖੋਲ ਕਪਟ ਗੁਰ ਮੇਲਿਆ। ਨਾਨਕ ਹਰ ਸੰਗ ਮੀਤ। ਤਨ 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 ਜਨ ਆਇਆ। ਜਿਸ ਪ੍ਰਸਾਦ ਸਭ ਜਗਤ ਤਰਾਇਆ। ਜਨ ਆਵਨ ਕਾ ਇਹ ਸੁਭਾਉ। ਜਨ ਕੈ ਸੰਗ ਚਿਤ ਆਵੈ ਨਾਉ। ਤੁਮਦੀ ਸਰਣ ਤੁਮਾਰੀ ਆਸਾ। ਤੁਮ ਹੀ ਸਜਣ ਸੋਇਲੇ। ਰਾਖੋ ਰਾਖਣਹਾਰ ਦਿਆਲਾ। ਨਾਨਕ ਖਰ ਕੇ ਗੁਲੇ। ਗਰੀਬ ਨਵਾਜ ਗੁਸਈਆ ਮੇਰਾ। ਮਾਥੇ
ਛਤਰ ਤਰੇ ਨੀਚੇ ਪੂਜ ਕਰੇ ਮੇਰਾ ਗੋਬਿੰਦ ਕਾਹੂ ਤੇ ਨਾ ਡਰੇ। ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਇਕ ਓੰਕਾਰ ਸਤਿਨਾਮ ਸਾਰੇ ਜਪੋ ਨਿਰਭਉ ਨਿਰਵੈਰਿ ਅਯੁਨੀ ਸੈਭੰ ਗੁਰ ਪ੍ਰਸਾਦਿ ਜਪ ਆਦਿ ਸਚ ਮਿਲ ਕੇ ਬੋਲਿਆ ਕਰੋ। ਹੋਸੀ ਵੀ ਸਚ ਇਕ ਓੰਕਾਰ ਸਤਿਨਾਮ ਸੁਰ ਮਿਲਾ ਮਿਲ ਕੇ ਬੋਲੀ ਕਰੋ, ਬੇਸੁਰੇ ਨਹੀਂ ਬੋਲਣਾ। ਨਾ ਬੋਲੋ। ਇਕ ਓੰਕਾਰ ਸਤਿਨਾਮ ਮਹਾਂਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ ਜਪੰ ਆਦਿ ਸਚ ਜੁਗਾਦਿ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ। ਇਕ ਓੰਕਾਰ ਸਾਰੀ ਸੰਗਤ ਬੋਲੋ। ਨਿਰਭਉ ਨਿਰਵੈਰਿ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ਜਪੁ ਆਦਿ ਸਚ ਜੁਗਾਦ ਸਚ ਹੈ ਵੀ ਸਚ ਨਾਨਕ ਹੋਸੀ। ਸਾਰੇ ਬੋਲੋ। ਇਕ ਓੰਕਾਰ ਸਤਿਨਾਮ ਉੱਚੀ ਬੋਲੋ ਉੱਚੀ। ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ ਜਪ ਆਦਿ ਸਚ ਜੁਗਾਦ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ। ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰਿ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ ਜਪ ਆਦਿ ਸਚ ਜੁਗਾਦ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ। ਸਾਰੀ ਸੰਗਤ ਇਹ ਦੋ ਚਾਰ ਰਹਿਣ ਸਭਾਈਆਂ ਦੇ ਵਿੱਚ ਜ਼ਰੂਰੀ ਆਉਣਾ ਹੈ। ਖਾਸ ਕਰਕੇ ਜਿਹੜੇ ਸਕੂਲਾਂ ਵਾਲੇ ਨੇ ਪੂਰਾ ਸਟਾਫ ਤੇ ਬੱਚਿਆਂ ਸਕੂਲਾਂ 'ਚ ਨਹੀਂ ਬੱਚੇ ਇਹ 3-4 ਦਿਨ ਸੱਦਣੇ ਇੱਥੇ ਦੇ ਨਾਨਕਸਰ 31 ਤਰੀਕ ਤੱਕ ਸਾਰੇ ਬੱਚੇ ਵੀ ਆਉਣ ਸਟਾਫ ਵੀ ਇਕੱਲੇ ਆਪਣਾ ਬਹਿ ਜਾ ਕਰਵਾਉਣ ਕੇ। ਆ ਮੰਡੀ ਖੁਰਦਾ ਦੇ ਨਾਲ ਕਿੰਨੇ ਕੁ ਜਣੇ ਆ ਖੜਾ ਹੋ ਭਾਈ ਤੇਰੇ ਨਾਲ ਕਿੰਨੀ ਕੁ ਸੰਗਤ ਆਈ। ਸਕੂਲ ਵਾਲਾ ਸਟਾਫ ਐਵੇਂ ਫੋਕਾ ਹੀ ਨਾ ਪ੍ਰਿੰਸੀਪਲ ਬਣਿਆ ਪਿਆ। ਸਟਾਫ ਤਾਂ ਤੇਰਾ ਆਇਆ ਨਹੀਂ। ਆ ਇੱਕ ਡਾਇਰੈਕਟਰ ਸਾਹਿਬ ਬੈਠੇ ਆ ਤੇਰੇ ਨਾਲ ਭਾਈ ਤੂੰ ਕਿੰਨੇ ਡਿਊਟੀ ਲਾਈ। ਸਾਰਿਆਂ ਦੀ ਡਿਊਟੀ ਲਾਈ ਦੀ। ਪਹਿਲੋਂ ਨਗਰ ਕੀਰਤਨ ਚ ਲਾਉਣੀ ਸੀ ਉੱਥੇ ਨਹੀਂ ਤੇ ਫਿਰ ਇੱਥੇ ਡਿਊਟੀਆਂ ਸਭ ਲਾਓ ਬੈਠ ਜਾਓ। ਸਾਰੀਆਂ ਸੰਗਤਾਂ ਪਿੰਡ ਨਗਰ ਨਿਵਾਸੀ ਵੀ ਇਹ 2-4 ਅੱਗੇ ਤਾਂ ਆਪਾਂ 20-25 ਰਹਿਣ ਸਬਾਈਆਂ ਰੱਖਦੇ ਹਾਂ। ਹੁਣ ਤਾਂ 2-4 ਦਿਨ ਭਾਈ ਪਿੰਡ ਵਾਲੇ ਸਾਰੇ ਗੁਰਮਤਾ ਕਰਕੇ ਰਾਤ ਨੂੰ ਬੈਠਿਆ ਕਰੋ। ਅੱਗੇ ਰੱਬ ਪਰਮਾਤਮਾ ਨੇ ਕਿੰਨਾ ਤੰਗ ਕੀਤਾ ਹੈ। ਨਾਮ ਨਹੀਂ ਲੋਕੀ ਜਪਦੇ ਤੇ ਘਰਾਂ 'ਚ ਹੀ ਬੰਦ ਰਹੇ। ਪੜ੍ਹਾਈਆਂ ਵੀ ਖਰਾਬ ਹੋਈਆਂ। ਕੋਈ ਪੜ੍ਹਾਈ ਹੋਈ ਨਹੀਂ ਜੇ ਕਹੋ ਤੇ ਹੋਈ। ਕੋਈ ਕਾਰੋਬਾਰ ਨਹੀਂ ਚੱਲੇ ਕਿਸੇ ਦੇ। ਇਹ ਮੁਸ਼ਕਲਾਂ ਆਉਂਦੀਆਂ ਜਦੋਂ ਆਪਾਂ ਨਾਮ ਨਹੀਂ ਜਪਦੇ, ਬਾਣੀ ਨਹੀਂ ਪੜ੍ਹਦੇ, ਅੰਮ੍ਰਿਤ ਵੇਲੇ ਨਹੀਂ ਉੱਠਦੇ।
कोई शाम नूं आड़ के बैठ जे, कोई अमृत वेले। इत्थे अज महापुरखां नूं बाबा महानाम सिंह जी नूं 200 साल हो गए। इत्थे घट तो घट 150 साल हो गया लोकां नूं बाबा जी नूं उपदेश देंदियां, रब नाल जोड़दियां। बाबा महानाम सिंह जी 1938 बिक्रमी दसिया, जदों पुछो बैठे आण के लोहड़ी वाला दिन सोना नहीं भाई, संमत बिक्रमी 1938, 12 साल पहलों बाबा जी रूमी साहब रहे ने। 1938 तो 12 साल पिछे जाइए तो संमत बिक्रमी 1926, 3 कुछ साल बाबा जी इत्थे आस पास चबारा साहब वगैरह रहे ने। 1820 तो ला लो, अज पूरे 200 साल हो गए कि जदों बाबा महानाम सिंह जी ने इस सेमे नगर की धरती ते चरण रखे आना, 50 साल का फर्क है। बिक्रमी संमत में ये 150 साल हो गया। उन्होंने पूरा 150 साल हो गया है। बाबा वधावा सिंह जी भी उस समय इस धरती दे सी ते बाबा महानाम सिंह जी ने 150 साल दे विच तुसी देख लो कि किन्ना कु रंग पुचो नूं लग्या, मंडी नूं किन्ना कु रंग पुचो कलां नूं लग्या है, किन्ना कु कच्ची पुचो नूं बठिंडे नूं ते आ लहरे खाने वालियां नूं, सेमे वालियां नूं किन्ना कु रंग लगे। थोड़े गुरमुख ने जिहड़े बाबा खेम सिंह जी ने अपनी कमाई दे के अमृत वेले लाए सुखमनी च। थोड़े कु गुरमुख प्यारे लहरे खाने आ जिहड़े अमृत वेला संभालते हैं। थोड़े कु सेमे च, थोड़े कु पुचो कलां च। पिंड किन्ना वड्डा है। ते पुचो मंडी वाले नूं तां मत्था ही टेकना चाहिए। इन्हां च ये देवी देवतियां ते तां बहुत भटकदे हैं, इधर उधर बहुत भजदे हैं, पर बाबा जी दे घर नूं, गुरु नानक साहब दे घर नूं नहीं जानते। बाबा जी ने इलाका तारिया ते मैं पुचो मंडी चौंक चो ना बठिंडे नूं जा रहा सी ते दोनों पासे पत्थरां दीयां दुकानां, बहुत वड्डी मार्केट बनी हुई सी उस समय। मैं क्या किसे पत्थर की दुकान ते धन गुरु नानक जा बाबा महानाम सिंह जी जा डेरा रूमी वाला होएगा
ਜਿਹੜੇ ਮਹਾਂਪੁਰਖਾਂ ਨੇ ਕਿਹਾ ਪੁੱਛੋ ਸੋਨੇ ਦੀ ਚਿੜੀ ਬਣ ਜਾਏਗੀ, ਇਹ ਜਿੱਥੇ ਪੱਥਰਾਂ ਵਾਲੇ ਬੈਠੇ ਆ ਨਾ, ਜਿਹੜੇ ਜ਼ਿਮੀਂਦਾਰ ਨੂੰ ਇਹ ਜ਼ਮੀਨ ਮਿਲ ਜਾਂਦੀ ਸੀ ਉਹ ਰੋਂਦਾ ਸੀ ਵੀ ਮੇਰੇ ਪੇਟੇ ਕਿਉਂ ਪੈ ਗਿਆ ਉਜਾੜਾ। ਤੇ ਬਾਬੇ ਮਹਾਂ ਨਾਮ ਸਿੰਘ ਨੇ ਸੋਨੇ ਦੀ ਚਿੜੀ ਬਣਾ ਦਿੱਤੀ। ਤੇ ਮੈਂ ਕਿਹਾ ਵੀ ਇਹ ਪੁੱਛੋ ਤੋਂ ਲੈ ਕੇ ਮੈਂ ਬਠਿੰਡੇ ਤੱਕ ਗਿਆ, ਵਿੱਚ ਹਸਪਤਾਲ ਵੀ ਬਣਿਆ, ਹੋਰ ਵੀ ਕਈ ਕੁਝ। ਮੈਂ ਕਿਹਾ ਕੋਈ ਬਾਬਾ ਜੀ ਦੀ ਚੀਜ਼ ਦੀ ਨਾ ਹੋਏਗੀ, ਨਾ ਦੀ ਚੀਜ਼ ਹੋਏਗੀ, ਪਰ ਜੈ ਲక్ష్ਮੀ ਜੈ ਦੁਰਗਾ ਫਲਾਣਾ ਪਤਾ ਨਹੀਂ, ਜਿਨ੍ਹਾਂ ਨੂੰ ਵੇਖਿਆ ਹੀ ਨਹੀਂ, ਜਿਨ੍ਹਾਂ ਦੇ ਨਾਂ ਹੀ ਸੁਣੇ, ਕਿਤੇ ਪਾਰਬਤੀ ਕਿਤੇ ਕੋਈ। ਇਹ ਗੁਰੂ ਨਾਨਕ ਸਾਹਿਬ ਨੇ ਕੱਢਿਆ ਸੀ ਸਾਰਿਆਂ ਨੂੰ ਭਰਮਾਂ ਚੋਂ ਵਹਿਮਾਂ ਚੋਂ, ਕਿ ਦੇਵੀ ਦੇਵਤਿਆਂ ਦੇ ਚੱਕਰਾਂ ਚੋਂ ਨਿਕਲ ਜਾਓ। ਜਾਗਦੀ ਜੋਤ ਨੂੰ ਮੰਨੋ, ਗੁਰੂ ਨਾਨਕ ਸਾਹਿਬ ਹਾਜ਼ਰ ਹਜ਼ੂਰ ਨੇ। ਤੇ ਇਹ ਮੈਂ ਜਦੋਂ ਕਿਹਾ, ਫਿਰ ਮੈਂ ਲੰਘਿਆ। ਇਹ 10 ਸਾਲ ਦੀ ਪਹਿਲੋਂ ਦੀ ਗੱਲ ਹੈ, ਅਜੇ ਸੇਵਾ ਮਿਲੀ ਸੀ। ਮੈਂ ਕਿਹਾ ਵੀ ਇਹਨਾਂ ਦੇ ਪੱਥਰ ਪੁੱਥਰ ਜੇ ਉੱਡ ਜਾਣ, ਇਹ ਦੁਕਾਨਾਂ ਦੁਕਾਨਾਂ ਜਿਹੀਆਂ ਉੱਡ ਜਾਣਗੀਆਂ, ਇਹਨਾਂ ਦੇ ਬਾਬਿਆਂ ਦਾ ਹੱਥ ਹੀ ਨਹੀਂ। ਜਿੱਥੇ ਬਾਬੇ ਰੂਮੀ ਵਾਲੇ ਨੇ ਰੰਗ ਭਾਗ ਲਾਏ ਤੇ ਇਹਨਾਂ ਨੇ ਹੋਰ ਹੀ ਨਾਂ ਜੇ ਲਿਆ ਕੇ ਪਤਾ ਨਹੀਂ ਕਿੱਥੋਂ ਕਿੱਥੋਂ ਲਾ ਲਏ। ਇਹਨਾਂ ਨੂੰ ਬਾਬਾ ਜੀ ਦੀ ਸਾਰ ਨਹੀਂ। ਮੇਰੇ ਵੇਖਦੇ ਹੀ 10 ਸਾਲਾਂ 'ਚ ਸਾਰੇ ਪੱਥਰਾਂ ਵਾਲੇ ਉੱਡ ਗਏ। ਮਹਾਂਪੁਰਖਾਂ ਜਿਨ੍ਹਾਂ ਨੇ ਦਾਤਾਂ ਦਿੱਤੀਆਂ ਉਹ ਸਾਨੂੰ ਨਹੀਂ ਦਿਸਦੇ, ਹੋਰ ਹੀ ਨਾਂ ਖਰੀਦ ਕੇ ਲੈ ਆਉਣੇ ਪਤਾ ਨਹੀਂ ਕਿੱਥੋਂ ਹੀ ਕਿੱਥੋਂ। ਬਾਬਾ ਵਧਾਵਾ ਸਿੰਘ ਜੀ ਨੇ, ਬਾਬਾ ਨੰਦ ਸਿੰਘ ਜੀ ਨੇ, ਬਾਬੇ ਮਹਾਂ ਨਾਮ ਸਿੰਘ ਨੇ, ਲਹਿਰੇ ਖਾਨੇ ਵਾਲਿਆਂ ਨੂੰ ਤਾਂ ਬਹੁਤ ਕੁਝ ਦਿੱਤਾ ਹੋਏਗਾ, ਪਰ ਬਾਕੀ ਤਾਂ ਗੱਲਾਂ ਹੀ ਹੁੰਦੀਆਂ ਨੇ। ਕਮਾਈਆਂ ਵਾਲੇ ਕੁਝ ਦਿੰਦੇ ਆ, ਕਮਾਈ ਵਾਲੇ। ਜਿੰਦੇ ਘਰ ਕੋਈ ਪੁੱਤਰ ਹੋਇਆ, ਕੋਈ ਚੰਗੀ ਦਾਤ ਆਈ, ਕੋਈ ਚੰਗਾ ਸੁੱਖ ਮਿਲਿਆ, ਉਹ ਬਾਬਾ ਜੀ ਦੇ ਘਰੋਂ ਹੀ ਮਿਲਿਆ। ਇਹ ਪੁੱਛੋ ਵਾਲੇ ਜਿੱਥੇ ਮਰਜੀ ਭੱਜੇ ਫਿਰ। ਘਰ ਮੇ ਠਾਕਰ ਨਜ਼ਰ ਨਾ ਆਵੇ, ਗਲ ਮੇ ਪਾਹਣ ਲੈ ਲਟਕਾਵੇ, ਪੱਥਰ ਗਲਿਆਂ 'ਚ ਲਟਕਾਈ ਫਿਰਦੇ ਆ। ਘਰ ਵਿੱਚ ਗੁਰੂ ਨਾਨਕ ਨਹੀਂ ਨਜ਼ਰ ਆਉਂਦਾ। ਅੰਮ੍ਰਿਤ ਵੇਲੇ ਸੰਗਤ ਜੁੜਦੀ, ਗੁਰੂ ਨਾਨਕ ਸਾਹਿਬ ਪ੍ਰਤੱਖ ਬੈਠੇ ਹੁੰਦੇ। ਅਖੰਡ ਪਾਠਾਂ ਦੀਆਂ ਲੜੀਆਂ ਚੱਲਦੀਆਂ, ਮਹਾਰਾਜ ਦੀ ਪ੍ਰਤੱਖ ਸ਼ਕਤੀ। ਕੀਰਤਨ ਦਰਬਾਰ ਹੁੰਦੇ ਆ, ਅੰਮ੍ਰਿਤ ਵਰਸ ਰਿਹਾ ਤੇ ਸੱਚਖੰਡ ਨਹੀਂ ਨਜ਼ਰ ਆਉਂਦਾ। ਤੀਰਥਾਂ ਤੇ ਭੜਕਦੇ ਫਿਰਦੇ। ਮੈਂ ਗੰਗਾ ਦੇ ਚੱਲਿਆ, ਮੈਂ ਫਲਾਣੀ ਥਾਂ ਤੇ ਚੱਲਿਆ, ਮੈਂ ਪਹਾੜਾਂ ਦੇ ਵਿੱਚ ਚੱਲਿਆ, ਮੈਂ ਸਮੁੰਦਰਾਂ 'ਚ ਚੱਲਿਆ। ਇਹ ਤਾਂ ਸੰਸਾਰ, ਸਾਰਾ ਸੰਸਾਰ ਹੀ ਲੰਘ ਗਿਆ ਇਹਨਾਂ 'ਚ। ਜੈ ਪਾਸ਼ੇ ਜੈ ਮਾਰਗ ਪੰਡਤ ਗਏ, ਪਾਸ਼ੇ ਪਰੀ ਬਹੀਰ। ਜਿੱਥੇ ਬਾਹਮਣ ਪੰਡਤ ਲੰਘ ਗਏ ਨਾ, ਉਹਨਾਂ ਮਗਰ ਬੜੀ ਭੀੜ ਲੰਘ ਗਈ। ਉਹਨਾਂ ਦੇ ਹੱਥ ਨਹੀਂ ਆਇਆ ਰੱਬ। ਇੱਕ ਔਕੜ ਘਾੜੀ ਰਾਮ ਕੀ ਤੇ ਚੜ ਰਹੇ ਹੋ ਕਬੀਰ। ਕਹਿੰਦੇ ਔਖੀ ਘਾੜੀ ਤੇ ਕਬੀਰ ਚੜ ਗਿਆ। ਆਪਣੇ ਲੰਗਰ ਲਾਉਣ ਦਾ ਕੀ ਮਕਸਦ ਹੈ ਪੁੱਛੋ ਸਾਹਿਬ? ਸੁਖਮਨੀ ਦੇ ਪਾਠ ਚਲਾਉਣ ਦਾ। ਬਾਬਾ ਜੀ ਨੇ ਸਕੂਲ ਸ਼ੁਰੂ ਕੀਤੇ ਸੀ, ਇਹ ਸਕੂਲਾਂ ਦਾ ਮਤਲਬ ਕੀ ਹੈ?
ਗੁਰੂ ਗ੍ਰੰਥ ਸਾਹਿਬ ਦੇ ਲੜ ਲਾਉਣ ਦਾ। ਕਿਸੇ ਵੱਡੇ ਵੱਡੇ ਕਿਸੇ ਥਾਂ ਤੇ ਚਲੇ ਜਾਓ, ਕਿਸੇ ਸੰਪਰਦਾ 'ਚ, ਕਿਸੇ ਕਮੇਟੀ 'ਚ, ਕੋਈ ਨਹੀਂ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਨਾਲ ਜੋੜੇਗਾ। ਸਾਰੇ ਨਾ ਹੀ ਵਰਤਣਗੇ। ਤੇ ਬਾਬਾ ਜੀ ਦੇ ਘਰ ਆਇਓ, ਇਸ਼ਾਰਾ ਹੋਏਗਾ ਜਾਓ ਗੁਰੂ ਸਾਹਿਬ ਅੱਗੇ ਅਰਦਾਸ ਕਰੋ, ਗੁਰੂ ਸਾਹਿਬ ਦੀ ਪ੍ਰਤੱਖ ਜਾਣ ਕੇ ਸੇਵਾ ਕਰੋ। ਨਾਨਕਸਰ ਬਾਬਾ ਕੁੰਦਨ ਸਿੰਘ ਜੀ ਮਹਾਰਾਜ ਕੋਲ ਕੋਈ ਸੰਜਾ ਵੀ ਭੋਰੇ 'ਚ ਅਰਦਾਸ ਕਰਕੇ ਸੱਚਖੰਡ ਅੱਗੇ ਇਹਨਾਂ ਲੋਕਾਂ ਨੇ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਕੀਤੇ ਹੋਏ ਨੇ। ਕੋਈ ਮਹਾਰਾਜ ਦੇ ਤਖਤ ਨਹੀਂ, ਕੋਈ ਪੀੜ੍ਹੀਆਂ ਤੇ ਕੋਈ ਕਿਵੇਂ, ਕੋਈ ਸ਼ਾਨ ਵਾਲਾ ਚੌਰ ਨਹੀਂ, ਕੋਈ ਸ਼ਾਨ ਵਾਲਾ ਛਤਰ ਨਹੀਂ। ਬਾਬਾ ਜੀ ਦੇ ਘਰ ਸਾਰਾ ਜ਼ੋਰ ਸੱਚਖੰਡ ਤੇ ਲੱਗ ਜਾਂਦਾ, ਗੁਰੂ ਸਾਹਿਬ ਤੇ ਕੌਣ ਗੁਰੂ ਗ੍ਰੰਥ ਸਾਹਿਬ ਨੂੰ ਮੰਨਦਾ ਹੈ? ਜਿਹੜੇ ਗੋਲਕਾਂ ਚੱਕਦੇ ਅੱਗੋਂ ਉਹ ਮੰਨਦੇ ਆ। ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਨਾਂ ਤੇ ਆਪਦਾ ਦਾਲ ਫੁਲਕਾ ਚਲਾਉਂਦੇ ਉਹ ਮੰਨਦੇ ਆ। ਮੰਨਦੇ ਉਹ ਨੇ ਜਿਨ੍ਹਾਂ ਗੁਰੂ ਨਾਨਕ ਸਮਝਿਆ ਹੋਇਆ। 7-7 ਵਾਰੀ ਰੋਟੀਆਂ ਤੇ ਚਾਹਾਂ ਪੀਂਦੇ, ਕਦੀ ਗੁਰੂ ਸਾਹਿਬ ਨੂੰ ਇੱਕ ਵਾਰੀ ਵੀ ਨਹੀਂ ਪੁੱਛਦੇ। ਮਤਲਬ ਵਾਸਤੇ ਕੜਾਹ ਪ੍ਰਸ਼ਾਦ ਬਣਾ ਲਿਆ ਤੇ ਕਹਿ ਦੇ ਵੀ ਅਸੀਂ ਅਰਦਾਸ ਕਰ ਲਈ। ਇੱਥੇ ਤਾਂ 3 ਵਾਰੀ ਪ੍ਰਸ਼ਾਦੇ ਦਾ ਥਾਲ, 2 ਵਾਰੀ ਦੁੱਧ ਦਾ ਭੋਗ, 1-2 ਵਾਰੀ ਕੜਾਹ ਪ੍ਰਸ਼ਾਦ ਦੀਆਂ ਦੇਗਾਂ। ਇੱਥੇ ਤਾਂ 7 ਵਾਰੀ ਮਹਾਰਾਜ ਨੂੰ ਥਾਲ ਸਜ ਕੇ ਜਾਂਦੇ ਆ। ਤੇ ਉਹਨਾਂ ਕਦੀ ਪੁੱਛਿਆ ਨਹੀਂ ਹੁੰਦਾ। ਉਹ ਸਮਝਦੇ ਨਹੀਂ ਗੁਰੂ ਨਾਨਕ ਸਾਹਿਬ ਨੇ, ਬਾਬਾ ਜੀ ਸਮਝਦੇ। ਆਪੋ ਆਪਣੀਆਂ ਭਾਵਨਾ ਕਿਤੇ ਥੋੜੀ ਕਿਤੇ ਬਹੁਤੀ। ਕਈ ਇਕੱਲੇ ਕਿਰਪਾਨ ਨੂੰ ਛੋਹਣ ਦੇ ਨਾਲ ਕਹਿੰਦੇ ਵੀ ਗੁਰੂ ਸਾਹਿਬ ਨੇ ਭੋਗ ਲਾਤਾ। ਕਿਰਪਾਨ ਨੂੰ ਛੋਹਣ ਦਾ ਮਤਲਬ ਕੀ ਹੈ? ਸ੍ਰੀ ਸਾਹਿਬ। ਕਿਰਪਾਨ ਭੇਟ ਕਰਨ ਦਾ ਮਤਲਬ ਇਹ ਕੜਾਹ ਪ੍ਰਸ਼ਾਦ ਪਵਿੱਤਰ ਹੋ ਗਿਆ ਗੁਰੂ ਸਾਹਿਬ ਨੂੰ ਭੋਗ ਲੱਗਣ ਵਾਸਤੇ। ਮਹਾਰਾਜ ਨੇ ਕਿਹਾ ਸੀ, ਮੁਸਲਮਾਨਾਂ ਨੇ ਕਿਹਾ ਜੀ ਉੱਚਦੇ ਪੀਰ ਬਣੇ। ਮਹਾਰਾਜ ਕੋਈ ਖਾਣ ਵਾਸਤੇ ਆਪਾਂ ਨੂੰ ਦੇਣਗੇ ਤੇ ਆਪਾਂ ਉਹਨਾਂ ਦਾ ਹੱਥਾਂ ਦਾ ਖਾਵਾਂਗੇ। ਗੁਰੂ ਸਾਹਿਬ ਕਹਿੰਦੇ ਖਾਲਸਾ ਜੀ ਵਿੱਚ ਸ੍ਰੀ ਸਾਹਿਬ ਕਿਰਪਾਨ ਭੇਟ ਕਰ ਲਿਓ, ਫਿਰ ਭਰਮ ਖਤਮ ਹੋ ਜਾਂਦਾ, ਪਵਿੱਤਰ ਹੋ ਜਾਏਗੀ। ਕੜਾਹ ਪ੍ਰਸ਼ਾਦ ਦੇ ਵਿੱਚ ਸ੍ਰੀ ਸਾਹਿਬ ਕਿਰਪਾਨ ਭੇਟ ਕਰਨ ਦਾ ਮਤਲਬ ਇਹ ਪ੍ਰਸ਼ਾਦ ਪਵਿੱਤਰ ਹੋ ਗਿਆ, ਗੁਰੂ ਸਾਹਿਬ ਨੂੰ ਭੋਗ ਲਵਾਉਣ ਦੇ ਯੋਗ। ਮੇਰੇ ਵਹਿੰਦਿਆਂ ਲਫ਼ਜ਼ ਹਟੇ। ਪਹਿਲੋਂ ਅੰਮ੍ਰਿਤਸਰ ਭੋਗ ਲੱਗੇ ਕਹਿੰਦੇ ਸੀ, ਫਿਰ ਵਿੱਚ ਆ ਗਏ ਸਿਆਣੇ ਆਦਮੀ, ਉਹ ਕਹਿੰਦੇ ਇਹ ਤਾਂ ਬਾਹਮਣਾ ਵਾਲਾ ਕੰਮ ਹੈ ਭੋਗ ਲਵਾਉਣਾ। ਦਰ ਪ੍ਰਵਾਨ ਹੋਵੇ, ਦਰ ਪ੍ਰਵਾਨ ਹੋਵੇ ਕਹਿੰਦੇ ਆ। ਕਈ ਕੜਾਈ ਲਿਆ ਕੇ ਰੱਖ ਦਿੰਦੇ ਗੁਰੂ ਸਾਹਿਬ ਦੇ ਕਿਰਪਾਨ ਦੀ, ਉਵੇਂ ਕਈ ਪਤੀਲਾ ਲਿਆ ਕੇ ਰੱਖ ਦਿੰਦੇ। ਗੁਰੂ ਸਾਹਿਬ ਨੂੰ ਭੋਗ ਲਵਾਉਣ ਵਾਸਤੇ ਨਾ ਕੜਾਈ ਚੱਕ ਲਿਆਉਂਦੇ ਚੁੱਲ੍ਹੇ ਤੋਂ ਲਾ ਕੇ। ਐਵੇਂ ਤੁਹਾਡੇ ਘਰੇ ਮਹਿਮਾਨ ਆਉਣ, ਤੁਸੀਂ ਕੜਾਈਆਂ ਤੇ ਪਤੀਲੇ ਰੱਖੋ ਮਹਿਮਾਨਾਂ ਅੱਗੇ, ਤੁਹਾਨੂੰ ਕਿੰਨੇ ਕੁ ਹਾਰ ਪੈਣਗੇ। ਮਹਿਮਾਨ ਅੱਗੇ ਕਰੇਲਿਆਂ ਵਾਲੀ ਕੜਾਈ ਲਿਆ ਕੇ ਰੱਖ ਦਿਆ ਜੇ, ਪਕੌੜਿਆਂ ਵਾਲੀ ਕੜਾਈ ਲਿਆ ਕੇ ਰੱਖ ਦਿਆ ਜੇ। ਇਹ ਭਾਂਡੇ ਰਸੋਈ ਵਾਲੇ ਨੇ। ਭੇਟ ਕਿਰਪਾਨੇ ਭਾਂਡੇ ਹਾਜ਼ਰ ਕਰਨ ਵਾਲੇ ਸੋਹਣੇ ਭਾਂਡੇ ਹੁੰਦੇ, ਸਾਫ ਸੁਥਰੇ ਭਾਂਡਿਆਂ 'ਚ ਬਾਬਾ ਜੀ ਬਾਲਟੀਆਂ 'ਚ ਦੇਗ ਪਾ ਕੇ ਢੱਕ ਕੇ ਵੀ ਲੈ ਕੇ ਆਵੋ।
उधर तो दो भाइयों ने कड़ाही फड़ी होएगी, उधरों एक पानी छिड़कता जाएगा, जाके गुरु साहब अगे रख देंगे। ना तो चुड़ी पानी नाल थां पवित्र होने लगा है। सत्कार करो जिन्ना होंदा है। गुरु महाराज अगे काले भांडे नहीं रखने, सोहने बर्तना च देग पिया लिया के महाराज की हजूरी सजाउणी है, ते भोग लगन अरदास करन वेले सुंदर थाल। कई स्टील के भांडे वरतते आ नानकसर दे संगी, कई चांदी के भांडिया च भोग लवाउंदे आ, कई सोनिया के बर्तनों में भी लवाउंदे आ। ये अपनी अपनी महाराज तो बहुत वड्डे आ। सत्कार नहीं गा, सत्कार तो बाबा जी के घर च ही है, गुरु साहब का। पाठी सिंह बैठते आ भी साडे मूँह की थुक ना पे, मूँह बन के। ते करोना की बीमारी वास्ते तो लोग शिकू चाढ़ सकते आ, पर महाराज के सत्कार लिए इन्होंने मूँह ढकना औखा है। करोना ने सारिया दे शिकू चाढ़ते, ते मैं क्या हुण भी ये मूँह ढक्की फिरदे जे महाराज को सत्कार नाल मुख ते परना लैके जां मुख ढक के जाओ तो चंगा है। साड़ी गंदी हवा ना पाठ करदे गुरु साहब दे पवे। सत्कार नानकसर विच ही है, पुछो साहब नानकसर। सुखमणी साहब की मर्यादा इत्थे ही है, बाहर की है। सानू सद लिया जी सुखमणी सोसाइटी वाले ने पाठ करना होना, मैं चला गया। साड़ी मर्यादा भी शुरू में ही जाओ। जो मैं गया तो एक माई ते एक भाई ने सुखमणी शुरू की, दूजी अष्टपदी ते दो होर आ गए, तीजी ते होर। जदों अखीर ते सुखमणी साहब आया तो प्रधान साहब भी आ गए सुखमणी सोसाइटी के, ते कई बीबियां भी होंदियां प्रधान बनिया हुई। ये सुखमणी साहब का पाठ जिन्हों की सुखमणी की सोसाइटी सिर्फ भोग वेले चमत्कार दिखाना है। जी सोसाइटी के प्रधान साहब, सैकटरी साहब ते बाबा जी के घर में बई सुखमणी साहब का पाठ करना है। पहलो जपजी साहब का, चल जपजी साहब के होंदिया होंदिया आ जाओ, फिर शब्द यारे का। इस तो इलावा जो सुखमणी शुरू हो जाए फिर किसी को वड़न नहीं देना भी हुण की लेना है। इत्थे खंड पाठ रखिए, एक भाई दा आण के जपजी साहब तो शुरू कर लवे। गुरु ग्रंथ साहब के पाठ रखते हैं आप, दूजा भाई माज राग तो शुरू कर लेगा, तीजा आण के गौड़ी वेले शुरू कर लेगा, कोई मध विच आण के शुरू कर लेगा, कोई खीर ते गुरु ग्रंथ साहब ये पाठ हो जाएंगे। पाठ तो मुढ़ तो लैके शुरू करे तो खंड पाठ होंदा है, ते सुखमणी साहब का पाठ भी इवें नहीं होंदा जिवें सोसाइटियां नाम रख के होमे वधा के कर दियां। सुखमणी साहब का पाठ होंदा है शुरू तो पाठ शुरू होने तो पहलों बैठे ते गरीबी धार के बैठे, कोई प्रधान ना होवे, कोई सैकटरी ना होवे, सारे दास हो। किसी को हैगी मर्यादा? जे हैगी है तो गुरु नानक दे घर पुचो विच नानकसर विच ये मर्यादा ही है, जा बाबा जी के स्थान।
ਗੁਰੂ ਗ੍ਰੰਥ ਸਾਹਿਬ ਦੇ ਲੜ ਲਾਉਣਾ, ਗੁਰੂ ਗ੍ਰੰਥ ਸਾਹਿਬ ਅੱਗੇ ਮੇਨ ਗੁਰੂ ਸਾਹਿਬ ਦਾ ਸਥਾਨ ਸੱਚਖੰਡ ਰੱਖਣਾ। ਮਹਾਂਪੁਰਖਾਂ ਨੇ ਤੇ ਦੂਜਿਆਂ ਵੱਲ ਵੀ ਦੇਖ ਲਿਓ, ਜਿਹੜੇ ਬੜੇ ਬੜੇ ਪ੍ਰਧਾਨ ਤੇ ਬੜੇ ਬੜੇ ਜਥੇਦਾਰ, ਉਹ ਕਿੰਨਾ ਕੁ ਗੁਰੂ ਸਾਹਿਬ ਨਾਲ ਜੋੜਦੇ, ਤੇ ਮਹਾਂਪੁਰਸ਼ ਕਿੰਨਾ ਕੁ ਜੋੜਦੇ। ਗੁਰੂ ਸਾਹਿਬ ਦੇ ਕੀਰਤਨ ਦਾ ਅਦਬ, ਗੁਰਬਾਣੀ ਦਾ ਅਦਬ, ਗੁਰੂ ਗ੍ਰੰਥ ਸਾਹਿਬ ਦਾ ਇਹ ਸੰਪਰਦਾਵਾਂ 'ਚ ਹੀ ਸਿਖਾਇਆ ਜਾਂਦਾ ਹੈ। ਜਥੇਬੰਦੀਆਂ ਜਿਹੜੀਆਂ ਘੜੀਆਂ ਹੋਈਆਂ ਨਾ ਗੁਰੂ ਸਾਹਿਬ ਦੀਆਂ, ਉੱਥੇ ਹੀ ਹੁੰਦਾ ਹੈ। ਇਹ ਸਭ ਕੁਝ ਬਾਬਾ ਨੰਦ ਸਿੰਘ ਜੀ ਨੇ ਲਿਆ ਕੇ ਧਰਤੀ ਤੇ ਪ੍ਰਗਟ ਕੀਤਾ ਹੈ। ਲੋਕਾਂ ਨੂੰ ਤਾਂ ਪਤਾ ਹੀ ਨਹੀਂ ਸੀ। ਪੱਖੇ ਝੱਲੇ ਬਾਬਾ ਨੰਦ ਸਿੰਘ ਨੇ ਗੁਰੂ ਗ੍ਰੰਥ ਸਾਹਿਬ ਤੇ। ਅੱਜ ਭਾਵੇਂ ਕੋਈ ਏਸੀ ਲਾ ਲਵੇ, ਬਾਬਾ ਜੀ ਸਾਰੀ ਰਾਤ ਪੱਖਾ ਝੱਲਦੇ ਸੀ ਕਿ ਗੁਰੂ ਸਾਹਿਬ ਪ੍ਰਤਾਖੇ। ਅੱਜ ਕੋਈ ਭਾਵੇਂ ਏਸੀ ਲਾ ਲਵੇ, ਮਰਜ਼ਾਦਾ ਬਾਬਾ ਹੀ ਲਿਆਇਆ। ਗੁਰੂ ਸਾਹਿਬ ਦੇ ਬਸਤਰ ਪਾਉਣੇ, ਇਹ ਤਾਂ ਲੋਕਾਂ ਨੂੰ ਪਤਾ ਹੀ ਨਹੀਂ। ਮਹਾਰਾਜ ਦੇ ਬਸਤਰ ਨਹੀਂ ਅੰਦਰੂਨੀ ਪਾਉਂਦੇ, ਭੋਗ ਲਵਾਉਣ ਦਾ ਨਹੀਂ ਪਤਾ, ਬਸਤਰ ਪਾਉਣ ਦਾ ਨਹੀਂ ਮਹਾਰਾਜ ਨੂੰ ਪਤਾ। ਚਲੋ ਤੁਸੀਂ ਨਾਨਕਸਰ ਨਹੀਂ ਵੇਖਣਾ ਤੇ ਹਰਿਮੰਦਰ ਸਾਹਿਬ ਹੀ ਦੇਖ ਲਓ, ਹਜ਼ੂਰ ਸਾਹਿਬ ਹੀ ਦੇਖ ਲਓ। ਗੁਰੂ ਸਾਹਿਬ ਪ੍ਰਕਾਸ਼ ਕਰਦੇ ਆ, ਚਿੱਟੇ 5-5 ਕਮਰ ਕੱਸੇ, ਬਸਤਰ ਚੋਲੀਆਂ, ਮਹਾਰਾਜ ਦੇ ਸਰੂਪ ਦੇ ਦੋਨੋਂ ਪਾਸੇ ਚਿੱਟੇ ਬਸਤਰ ਪਾਏ ਹੁੰਦੇ। ਇੱਥੇ ਕੀਰਤਨ ਕਰਨ ਦੀਆਂ ਮਰਜ਼ਾਦਾ ਨੇ ਕਿ ਅੰਮ੍ਰਿਤ ਵੇਲੇ ਕੀਰਤਨ ਸ਼ੁਰੂ ਹੋ ਜਾਣਾ ਹੈ। ਤੇ ਮੈਂ ਸਾਰੇ ਦੁਨੀਆ 'ਚ ਬਾਬਾ ਜੀ ਨੇ ਭੇਜਦੇ ਰਹੇ ਨੇ, ਹਿੰਦੁਸਤਾਨ 'ਚ ਬਾਹਰ ਵੀ। ਆਪਣੀ ਆਸਾ ਦੀ ਵਾਰ 3 ਵਜੇ 4 ਵਜੇ ਲੱਗਦੀ ਹੈ ਨਾ, ਉਹਨਾਂ ਦੀ ਆਸਾ ਦੀ ਵਾਰ ਉਦੋਂ ਲੱਗਦੀ ਜਦੋਂ ਸੂਰਜ ਚੜ੍ਹ ਜਾਏ ਤੇ ਸਰਦਾਰ ਸਾਹਿਬ ਆਪਣੀਆਂ ਦਾੜੀਆਂ ਦੂੜੀਆਂ ਬੰਨ੍ਹ ਲੈਣ, ਪੱਗਾ ਪੁੱਗਾ ਸਜਾ ਲੈਣ, ਤੇ ਫਿਰ ਚੜ੍ਹੇ ਸੂਰਜ ਆਸਾ ਦੀ ਵਾਰ ਲਾਉਂਦੇ ਆ। ਕਿੱਥੋਂ ਦੀ ਮਰਜ਼ਾਦਾ ਹੈ? ਹਰਿਮੰਦਰ ਸਾਹਿਬ ਦੀ ਏ ਕਿ ਹਜ਼ੂਰ ਸਾਹਿਬ ਦੀ ਏ ਕਿ ਬੰਗਲਾ, ਇਹ ਲਾਈਵ ਆਉਂਦੇ ਆ। ਮਰਜ਼ਾਦਾ ਆਸਾ ਦੀ ਵਾਰ ਦੀ ਹਨੇਰੇ ਲੱਗ ਜਾਏ, ਭੋਗ ਪੈ ਜਾਂਦੇ ਆਸਾ ਦੀ ਵਾਰ ਦੇ। ਸੂਰਜ ਦੀ ਟਿੱਕੀ ਚੜ੍ਹੀ, ਆਪਣੇ ਤਾਂ 6 ਛੱਕੇ ਲੱਗਦੇ ਨਾ ਰੋਜ਼, ਪਹਿਲੋਂ ਹੀ ਲੱਗ ਜਾਂਦੇ ਆ। ਨਾਨਕਸਰ ਸਿਆਲਾਂ ਵਿੱਚ 4 ਵਜੇ, ਗਰਮੀਆਂ 'ਚ 3 ਵਜੇ, 1 ਘੰਟਾ। ਫਿਰ ਨਿਰੋਲ ਗੁਰਬਾਣੀ ਕੀਰਤਨ। ਇਹਨਾਂ ਨੂੰ ਪੁੱਛੋ ਜਿੰਨੇ ਸਿੰਘ ਸਭਾ ਬਣੇ ਹੋਏ ਆ ਕਿ ਤੁਹਾਡੀ ਆਸਾ ਦੀ ਵਾਰ ਕਦੋਂ ਲੱਗਦੀ? ਸਾਰਾ ਪਸਾਰਾ ਮਾਇਆ ਤੇ। ਕੋਈ ਗੁਰੂ ਸਾਹਿਬ ਦੇ ਅਦਬ ਨਹੀਂ ਹੁੰਦੇ। ਜਿਹੜੇ ਸਹਿਜ ਪਾਠ, ਅਖੰਡ ਪਾਠ ਕੋਈ ਆਮ ਲੋਕਲ ਗੁਰਦੁਆਰੇ 'ਚ ਕਰਦੇ ਨਹੀਂ। ਕਈ ਪ੍ਰਬੰਧਕ ਕਮੇਟੀਆਂ ਨੇ ਬੜਾ ਪ੍ਰਬੰਧ ਸੁਚੱਜਾ ਕੀਤਾ ਹੈ। ਹੁਣ ਵੇਖ ਕੇ ਬਹੁਤ ਸੋਹਣਾ ਕਰੀ ਜਾ ਰਹੇ ਆ ਪਾਠਾਂ ਦਾ ਪ੍ਰਬੰਧ, ਪੂਰੀ ਮਰਜ਼ਾਦਾ ਨਾਲ। ਪਰ ਆਮ ਥਾਵਾਂ ਤੇ ਬੇਅਦਬੀਆਂ ਬਹੁਤ ਹੁੰਦੀਆਂ। ਇਹ ਮਹਾਂਪੁਰਖ ਹੀ ਸਿਖਾਉਣਗੇ ਮਰਜ਼ਾਦਾ, ਜੁਗਤ। ਇਹ ਮਹਾਂਪੁਰਖਾਂ ਦੇ ਗੁਰੂ ਨਾਨਕ ਦੇ ਘਰੋਂ ਮਿਲੇਗੀ। ਤੇ ਜੁਗਤੀ ਤੋਂ ਬਗੈਰ ਗੱਲ ਨਹੀਂ ਬਣਦੀ। ਜੇ ਅਣਜਾਣ ਬੀਬੀ ਨੂੰ ਕਹੇ ਰੋਟੀ ਪਕਾ ਕੇ ਲਿਆ,
ਪਹਿਲੋਂ ਤਾਂ ਉਹਨੂੰ ਆਟਾ ਹੀ ਗੁੰਨਣਾ ਨਹੀਂ ਆਉਣਾ, ਫਿਰ ਉਹਨੂੰ ਰੋਟੀ ਨਹੀਂ ਪਕਾਉਣੀ ਆਉਣੀ। ਪਤਾ ਨਹੀਂ ਕੀ ਕੁਝ ਬਣਾ ਕੇ ਤੁਹਾਡੇ ਅੱਗੇ ਲਿਆ ਕੇ ਰੱਖ ਦੇਵੇ। ਜਿਹਨੂੰ ਜੁਗਤੀ ਨਹੀਂ ਆਟਾ ਗੁੰਨਣ ਦੀ, ਰੋਟੀ ਬਣਾਉਣ ਦੀ, ਪੇੜੇ ਕਰਨ ਦੀ, ਰੋਟੀ ਵੇਲਣ ਦੀ, ਉਹ ਰੋਟੀ ਕਿੱਥੋਂ ਪਕਾ ਕੇ ਲੈ ਆਏਗੀ? ਉਹ ਤਾਂ ਸਾੜ ਕੇ ਲੈ ਆਊਗੀ ਆਟਾ ਖਰਾਬ ਕਰਕੇ। ਤੇ ਜਿਨ੍ਹਾਂ ਨੂੰ ਮਹਾਂਪੁਰਖਾਂ ਨੇ ਨਾਮ ਜਪਣ ਦੀਆਂ ਜੁਗਤੀਆਂ ਸਿਖਾਈਆਂ ਨੇ, ਉਹੀ ਜੁਗਤੀ ਨਾਲ ਪਾਠ ਕਰਨਗੇ ਤੇ ਮਰਜ਼ਾਦਾ ਬਣੇਗੀ। ਦੂਜੇ ਤਾਂ ਪਤਾ ਹੀ ਨਹੀਂ ਕੀ ਕੁਝ ਕਰਕੇ ਲੈ ਆਉਣਗੇ। ਕੋਈ ਚੀਜ਼ ਉਹਦੇ ਵਾਸਤੇ ਜੁਗਤ ਤੇ ਨਾਮ ਜਪਣ ਦੀ ਕੋਈ ਜੁਗਤ ਹੀ ਨਹੀਂ। ਪੜੋ ਸਾਰੇ, ਨਾਮ ਜਪਣ ਦੀ ਜੁਗਤੀ ਸੰਤ ਸਿਖਾ ਦੇਣਗੇ, ਮਹਾਂਪੁਰਖ ਸਿਖਾਉਣਗੇ ਕਿ ਸੁਖਮਨੀ ਸਾਹਿਬ ਕਿਵੇਂ ਕਰਨਾ ਹੈ, ਮਾਲਾ ਮੂਲ ਮੰਤਰ ਦੀਆਂ ਕਿਵੇਂ ਫੇਰਨੀਆਂ। ਤਾਂ ਗੁਰਪ੍ਰਸਾਦ ਤੱਕ ਮੂਲ ਮੰਤਰੀ ਬਣਾਈ ਫਿਰਨਗੇ। ਇਹਨਾਂ ਨੂੰ ਤਾਂ ਪਹਿਲੋਂ ਪਤਾ ਹੀ ਨਹੀਂ ਕਿ ਗੁਰੂ ਸਾਹਿਬ ਨੇ ਮੂਲ ਮੰਤਰ ਦੇ ਪਿੱਛੇ ਵੀ ਏਕਾ ਪਾਇਆ ਹੈ ਤੇ ਜਪਜੀ ਸਾਹਿਬ ਦੀ ਪਹਿਲੀ ਪੌੜੀ ਤੇ ਵੀ ਏਕਾ ਪਾਇਆ। ਸੋਚੇ ਸੋਚ ਨਾ ਹੋਵੀ, ਇਹ ਪਹਿਲੀ ਪੌੜੀ ਤੇ ਜਿਹੜਾ ਪਹਿਲਾ ਏਕਾ ਹੈ ਉਹ ਮੂਲ ਮੰਤਰ ਦਾ। ਇਹਨਾਂ ਨੂੰ ਤਾਂ ਪਤਾ ਹੀ ਨਹੀਂ। ਇਹਦਾ ਲੰਡਾ ਕਰਨਾ ਜਾਣਦੇ ਵੀ ਭੋਗ ਕਿਵੇਂ ਘੱਟ ਤੋਂ ਘੱਟ ਲਵਾਈਏ, ਮੂਲ ਮੰਤਰ ਕਿਵੇਂ ਘੱਟ ਤੋਂ ਘੱਟ ਪੜ੍ਹੀਏ, ਰਹਿ ਰਾਸ ਕਿਵੇਂ ਛੋਟੀ ਕੀਤੀ ਮੈਂ ਆਪ ਵੇਖੀ। ਸ਼੍ਰੋਮਣੀ ਕਮੇਟੀ ਦੇ ਗੁਰਦੁਆਰੇ 5 ਗ੍ਰੰਥੀਆਂ 'ਚ ਰਹਿ ਰਾਸ ਹੋਰ ਏ ਪੁਰਾਣੀ, ਅੱਜ ਨਵੀਂ ਇਹਨਾਂ ਦੀ ਹੋਰ ਹੈ। ਬਦਲਦੇ ਰਹਿੰਦੇ ਆ ਕਮੇਟੀਆਂ, ਜਿਹੜੀਆਂ ਚੀਜ਼ਾਂ ਬਦਲਦੀਆਂ ਰਹਿੰਦੀਆਂ। ਮਹਾਂਪੁਰਖ ਨਹੀਂ ਬਦਲਦੇ, ਉਹ ਇੱਕੇ ਰੰਗ ਵਿੱਚ ਮਰਜ਼ਾਦਾ ਸ਼ੁਰੂ ਕਰਦੇ ਨੇ ਗੁਰੂ ਸਾਹਿਬ ਦੀ। ਬਾਬਾ ਜੀ ਨੇ ਸਿਖਾਈ ਹੋਈ ਕਿ ਪ੍ਰਕਾਸ਼ ਕਿਵੇਂ ਕਰਨਾ ਹੈ, ਬਿਰਾਜਮਾਨ ਕਿਵੇਂ ਕਰਨਾ ਹੈ, ਕਿਹੜੇ ਬਸਤਰ ਪਾਉਣੇ ਆ, ਸਿਆਲਾਂ ਵਿੱਚ ਕਿਹੜੇ, ਗਰਮੀਆਂ 'ਚ ਕਿਹੜੇ, ਭੋਗ ਕਿਵੇਂ ਲਵਾਉਣਾ ਹੈ, ਵਿਛਾਈਆਂ ਰੋਜ਼ ਕਿਵੇਂ ਝਾੜਨੀਆਂ ਗੁਰੂ ਸਾਹਿਬ ਦੀਆਂ। 2 ਟਾਈਮ ਦਰਬਾਰ ਸਜਦੇ ਆ ਨਾਨਕਸਰ, ਸਭ ਗੁਰਦੁਆਰਿਆਂ 'ਚ ਇੱਕ ਟਾਈਮ ਸਜਦੇ ਆ। ਨਾਨਕਸਰ ਪਹਿਲੋਂ ਸਵੇਰੇ 3 ਵਜੇ ਦਰਬਾਰ ਸਾਹਿਬ ਸਜਦਾ ਹੈ, ਪੂਰਾ ਮਹਾਰਾਜ ਦੀ ਸੇਵਾ, ਵਿਛਾਈ ਬਸਤਰ, ਭੋਗ ਲਵਾਉਣਾ। ਫਿਰ ਸ਼ਾਮ ਨੂੰ 3 ਵਜੇ 9-10 ਵਜੇ ਗੁਰੂ ਸਾਹਿਬ ਬਿਰਾਜਮਾਨ ਕਰਦੇ ਨੇ। ਫਿਰ ਸ਼ਾਮ ਨੂੰ 3 ਵਜੇ ਪੂਰਾ ਜਦੋਂ ਕਵਾੜ ਖੋਲ੍ਹਣੇ, ਫਿਰ ਦਰਬਾਰ ਸਜਣਾ ਹੈ, ਕਥਾ ਹੋਣੀ, ਕੀਰਤਨ ਹੋਣਾ ਹੈ। ਤੇ ਦੱਸਦੇ ਕੀ ਇਹ ਸਾਧਾਂ ਦਾ ਡੇਰਾ, ਇਹ ਬਾਬਿਆਂ ਦੇ ਡੇਰੇ ਆ। ਤੁਹਾਡੇ ਅੱਡੇ ਤੁਹਾਨੂੰ ਮੁਬਾਰਕ, ਬਾਬਿਆਂ ਦੇ ਡੇਰੇ ਬਾਬਿਆਂ ਨੂੰ ਮੁਬਾਰਕ। ਤੁਸੀਂ ਤਾਂ ਅੱਡੇ ਬਣਾਏ ਹੋਏ ਆ। ਧਰਮ ਸਥਾਨਾਂ ਨੂੰ ਸਿਆਸਤ ਦੇ ਅੱਡੇ ਬਣਾਈ ਫਿਰਦੇ ਆ, ਸਿਆਸਤ ਘੋਟਦੇ ਗੁਰਦੁਆਰਿਆਂ 'ਚ, ਮਾਇਆ ਤੇ ਪਦਾਰਥਾਂ ਦੇ ਮਗਰ। ਇਹ ਤੁਹਾਡੇ ਗੁਰਦੁਆਰੇ ਨਹੀਂ ਭਾਈ। ਗੁਰਦੁਆਰਾ ਤਾਂ ਕੇਵਲ ਨਾਮ ਜਪਣ ਵਾਲਾ, ਬਾਣੀ ਪੜ੍ਹਨ ਵਾਲਾ ਹੁੰਦਾ ਹੈ, ਚੌਧਰਾ ਕਰਨ ਵਾਲਾ ਨਹੀਂ ਹੁੰਦਾ, ਸਿਆਸਤਾਂ ਕਰਨ ਵਾਲਾ ਨਹੀਂ ਹੁੰਦਾ, ਮਾਇਆ ਇਕੱਠੀ ਕਰਨ ਵਾਲਾ ਨਹੀਂ ਹੁੰਦਾ। ਗੁਰਦੁਆਰਾ ਤਾਂ ਨਾਮ ਜਪਣ ਵਾਲਾ, ਗੁਰੂ ਨਾਲ ਜੋੜਨ ਵਾਲਾ, ਬਾਣੀ ਪੜ੍ਹਨ ਵਾਲਾ, ਉਹਨੂੰ ਗੁਰਦੁਆਰਾ ਆਖਦੇ। ਜਿੱਥੇ ਗੁਰੂ ਸਾਹਿਬ ਦਾ ਹੀ ਪ੍ਰਤਾਪ ਹੋਵੇ। ਅਸੀਂ ਰੂਪ ਰੇਖਾ ਬਦਲੀ ਜਾਂਦੇ ਹਾਂ ਸਾਰੀਆਂ, ਤੇ ਫਿਰ ਕਿਹੜੇ ਬਚਨ ਸੱਚ ਹੋਣਗੇ? ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਸੀ, ਖਾਲਸਾ ਮਲੇਸ਼ ਹੋ ਜਾਏਗਾ, ਮਹਾਂ ਦੁੱਖ ਪਾਏਗਾ। ਵਾਹਿਗੁਰੂ ਜੀ। ਸਾਰੇ ਨਾਮ ਗੁਰੂਆਂ ਪੀਰਾਂ ਨੇ ਰੱਖੇ ਸੀ, ਪਰ ਨਾਮ ਬਦਨਾਮ ਕਰਤੇ। ਪੰਡਤਾਂ ਨੇ ਪੰਡਤ ਦਾ ਨਾਮ ਬਦਨਾਮ ਕਰਤਾ, ਮੌਲਵੀਆਂ ਨੇ ਮੌਲਵੀ ਦਾ ਨਾਮ ਬਦਨਾਮ ਕਰਤਾ।
ਕਈਆਂ ਨੇ ਸੰਤ ਬਾਣੀ ਚ ਆ ਕੇ ਸੰਤ ਦਾ ਨਾਮ ਬਦਨਾਮ ਕਰਤਾ, ਪਰ ਸੰਤ ਦਾ ਨਾਮ ਬਦਨਾਮ ਨਹੀਂ ਹੋਏਗਾ। ਸੰਤ ਕਮਾਈ ਵਾਲੇ ਹੁੰਦੇ ਹੀ ਰਹਿਣਗੇ। ਅਸੀਂ ਨਾਮ ਨੂੰ ਬਦਨਾਮ, ਗੁਰੂ ਅਮਰਦਾਸ ਨੇ ਮਸੰਦ ਬਣਾਏ ਸੀ, ਉਹਨਾਂ ਦੀਆਂ ਕਰਤੂਤਾਂ ਨੇ ਮਸੰਦ ਦਾ ਨਾਮ ਬਹੁਤ ਚੰਗਾ ਹੈ, ਪਰ ਬਦਨਾਮ ਕਰਤਾ। ਲੋਕੀ ਕਹਿੰਦੇ ਮਸੰਦ ਇਹ ਤਾਂ ਗੁਰੂ ਘਰ ਦਾ, ਇਉਂ ਕਹਿੰਦੇ ਜਿਵੇਂ ਮਾਂ ਪਾਪੀ, ਪਰ ਉਹ ਮਸੰਦ ਨਾਮ ਮਹਾਪੁੰਨੀ ਦਾ ਹੈ। ਜਿਹੜਾ ਮੰਜੀ ਤੇ ਬਹਿ ਕੇ ਕਿਸੇ ਉੱਚੀ ਥਾਂ, ਉੱਚਾ ਸਥਾਨ ਲੈ ਕੇ ਦੁਨੀਆ ਨੂੰ ਰੱਬ ਨਾਲ ਜੋੜਦੇ, ਉਹਨੂੰ ਮਸੰਦ ਕਹਿੰਦੇ ਆ। ਗੁਰੂ ਅਮਰਦਾਸ ਨੇ ਬਣਾਏ ਸੀ। ਗੁਰੂ ਸਾਹਿਬ ਨੇ ਗੁਰਸੰਗਤ ਕੀਨੀ ਖਾਲਸਾ, ਸਾਰੀ ਗੁਰੂਆਂ ਦੀ ਸੰਗਤ ਨੂੰ ਖਾਲਸਾ ਬਣਾਇਆ ਸੀ। ਤੇ ਨਾਲ ਇਹ ਬਚਨ ਵੀ ਮਹਾਰਾਜ ਦੇ ਆਉਂਦੇ ਆ, ਇਹ ਮਲੀਸ਼ ਹੋ ਜਾਏਗਾ ਖਾਲਸਾ, ਬੁੱਧ ਭ੍ਰਿਸ਼ਟ ਹੋ ਜਾਏਗੀ। ਗੁਰਦੁਆਰਿਆਂ ਵਿੱਚ, ਧਾਰਮਿਕ ਸਥਾਨਾਂ ਵਿੱਚ ਇਹ ਬੇਅਦਬੀਆਂ ਕਰਨ ਲੱਗ ਜਾਣਗੇ। ਡਰ ਕੇ ਰਹਿਣਾ। ਅਸੀਂ ਤਾਂ ਰੋਕਦੇ ਹਾਂ। ਬੜਾ ਕੋਈ ਪ੍ਰੇਮੀ ਹੋਵੇ ਜੀ, ਮੈਂ ਤਾਂ ਇਲੈਕਸ਼ਨ ਲੜਨਾ ਗੁਰਦੁਆਰੇ ਦਾ, ਮੈਂ ਕਹਿਣਾ ਤੂੰ ਰਹਿਣ ਦੇ, ਦਰਸ਼ਨ ਸੇਵਾ ਹੀ ਕਰੀ ਜਾ ਕਰ, ਜਿੰਨੀ ਸੇਵਾ ਹੁੰਦੀ ਕਰੀ ਜਾ। ਇੰਦ 'ਚ ਵੜ ਕੇ ਫਿਰ ਹੋਰ ਤਰ੍ਹਾਂ ਦੀਆਂ ਗੱਲਾਂ ਸ਼ੁਰੂ ਹੋ ਜਾਂਦੀਆਂ। ਗੁਰਮੁਖ ਪਿਆਰੇ ਰਹਿੰਦੇ ਵੀ ਨੇ ਮਰਜ਼ਾਦਾ ਜੀ, ਸਾਰਾ ਇੱਕੋ ਜਿਹਾ ਨਹੀਂ ਹੁੰਦਾ। ਦਰਬਾਰ ਸਾਹਿਬ ਸਵੇਰੇ ਦਰਸ਼ਨ ਕਰੋ। ਕਈ ਸਾਲਾਂ ਤੋਂ ਜਿਹੜੇ SGPC ਦੇ ਮੈਂਬਰ ਨੇ ਨਾ, ਉਹ ਗੁਰੂ ਸਾਹਿਬ ਦੇ ਨਾਲ ਆਉਂਦੇ ਆ। ਕਈ ਅੰਮ੍ਰਿਤ ਵੇਲੇ ਆਣ ਕੇ ਬਹਿੰਦੇ ਹਜ਼ੂਰੀ 'ਚ, ਜਿਨ੍ਹਾਂ ਨੂੰ ਗੁਰਮਰਜ਼ਾਦਾ ਦਾ ਪਤਾ ਹੈ, ਜਿਨ੍ਹਾਂ ਮਹਾਂਪੁਰਖਾਂ ਦੀ ਸੰਗਤ ਕੀਤੀ। ਤੇ ਦੂਜੇ ਦਾ ਹਰਿਮੰਦਰ ਸਾਹਿਬ ਮੱਥਾ ਟੇਕਣ ਨਹੀਂ ਕਈ ਜਾਂਦੇ, ਛੇਤੀ ਜਾਂਦੇ ਆ ਤੇ ਸ਼੍ਰੋਮਣੀ ਕਮੇਟੀ 'ਚੋਂ ਹੀ ਆਪਣਾ ਲੈਣ ਦੇਣ ਕਰਕੇ ਵਾਪਸ ਆ ਜਾਂਦੇ। ਰਾਤ ਸਾਰੀ ਹਰਿਮੰਦਰ ਸਾਹਿਬ ਗੁਰੂ ਰਾਮਦਾਸ ਦੀ ਸੇਵਾ 'ਚ ਹਾਜ਼ਰੀ ਨਹੀਂ ਪਾਉਂਦੇ। ਇੱਕ ਪਹਿਲੇ ਕਰਮ ਧਰਮ ਨੇ, ਫਿਰ ਸਾਰੇ ਕੰਮ ਨੇ ਦੂਜੇ। ਪਹਿਲੇ ਸ਼ੁਭ ਕਰਮਣ ਤੇ ਕਮੂ ਨਾ ਡਰੋ, ਪੜ੍ਹ ਲੋ ਨਾਮ ਜਪਣ ਦੀ ਜੁਗਤੀ ਸੰਤ ਸਿਖਾ ਦੇਣ। ਨਾਮ ਜਪਣ ਦੀ ਜੁਗਤੀ ਸੰਤ ਸਿਖਾ ਦੇਣਗੇ। ਨਾਮ ਜਪਣ ਦੀ ਜੁਗਤੀ ਸੰਤ ਸਿਖਾ ਦੇਣਗੇ। ਜਪਣ ਦੀ ਜੁਗਤੀ ਹੋ ਸੰਤ ਸਿਖਾ ਦੇਣਗੇ। ਨਾਮ ਜਪਣ ਦੀ ਜੁਗਤੀ ਸੰਤ ਸਿਖਾ ਦੇਣਗੇ। ਨਾਮ ਜਪਣ ਦੀ ਜੁਗਤੀ ਸੰਤ ਸਿਖਾ ਦੇਣਗੇ। ਨਾਮ ਜਪਣ ਦੀ ਜੁਗਤੀ ਸੰਤ ਸਿਖਾ ਦੇਣਗੇ। ਜੀ ਨਾਮ ਜਪਣ ਦੀ ਜੁਗਤੀ ਸੰਤ ਸਿਖਾ ਦੇਣਗੇ। 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 ਜੀ ਨਾਮ ਜਪਣ ਦੀ ਜੁਗਤੀ ਸੰਤ ਸਿਖਾ ਦੇਣਗੇ। 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 ਜੀ ਨਾਮ ਜਪਣ ਦੀ ਜੁਗਤੀ ਸੰਤ ਸਿਖਾ ਦੇਣਗੇ।
ਨਾਮ ਜਪਣ ਦੀ ਜੁਗਤੀ ਸੰਤ ਸਿਖਾ ਦੇਣਗੇ। ਨਾਮ ਜਪਣ ਦੀ ਜੁਗਤੀ ਸੰਤ ਸਿਖਾ ਦੇਣਗੇ। ਨਾਮ ਜਪਣ ਦੀ ਜੁਗਤੀ ਸੰਤ ਸਿਖਾ ਦੇਣਗੇ। ਇਹ ਜੁਗਤੀ ਸੇਵਾ ਦੀ ਸਿਮਰਨ ਦੀ ਇਹ ਗੁਰੂ ਨਾਨਕ ਦੇ ਘਰੋਂ ਹੀ ਮਿਲੇਗੀ। ਸਾਰੀ ਮਰਜ਼ਾਦਾ ਜਿੱਥੇ ਗੁਰੂ ਨਾਨਕ ਸਾਹਿਬ ਨੇ ਉੱਥੇ ਗੁਰੂਆਂ ਦੀ ਮਰਜ਼ਾਦਾ ਹੈ। ਸਾਰੇ ਜਪੋ ਧੰਨ ਗੁਰੂ ਨਾਨਕ, 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 ਧੰਨ ਗੁਰੂ ਨਾਨਕ। ਧੰਨ ਗੁਰੂ ਨਾਨਕ। ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ। ਸਾਰੇ ਬੋਲੋ। ਮੂਰਤ ਅਯੁਨੀ ਸੈਭੰ ਗੁਰ ਪ੍ਰਸਾਦ ਜਪ ਆਦ। ਸੱਚ ਜੁਗਾਦ ਸੱਚ ਹੈ ਵੀ ਸੱਚ। ਸਾਰੇ ਜਪੋ ਮਾਈ ਭਾਈ। ਹੋਸੀ ਵੀ ਸੱਚ। ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ। ਸਚ ਜੁਗਾਦ ਸੱਚ ਹੈ ਵੀ ਸਚ ਨਾਨਕ ਨਾਨਕ ਹੋਸੀ ਵੀ ਸੱਚ। ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਨਿਰਵੈਰ ਅਕਾਲ ਮੂਰਤ ਅਯੁਨੀ ਗੁਰ ਪ੍ਰਸਾਦ ਜਪ ਆਦ। ਸਚ ਜੁਗਾਦ ਸਚ ਹੈ ਵੀ ਸੱਚ। ਨਾਨਕ ਹੋਸੀ ਵੀ ਸੱਚ। ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ। ਨਾਨਕ ਹੋਸੀ ਵੀ ਸੱਚ। ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ। ਸਾਰੇ ਜਪੋ। ਨਾਨਕ ਹੋਸੀ ਵੀ ਸੱਚ। ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ। ਨਾਨਕ ਹੋਸੀ ਵੀ ਸੱਚ। ਇਕ ਓੰਕਾਰ ਸਤਿਨਾਮ ਕਰਤਾ ਪੁਰਖ ਸਾਰੇ ਜਪੋ। ਨਿਰਭਉ ਨਿਰਵੈਰ ਕਾਲ ਅਕਾਲ ਮੂਰਤ ਅਯੁਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸੱਚ ਹੈ ਵੀ ਸੱਚ। ਨਾਨਕ ਹੋਸੀ ਵੀ ਸੱਚ। ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ। ਨਾਨਕ ਹੋਸੀ ਵੀ ਸੱਚ। ਹਰ ਕੰਮ ਮਰਜ਼ਾਦਾ ਦੇ ਨਾਲ। ਹੁਣ ਜਿੰਨੇ ਦਿਨ ਸਮਾਗਮ ਹੈ ਸਾਰਿਆਂ ਨੇ ਵੱਧ ਤੋਂ ਵੱਧ ਡਿਊਟੀਆਂ ਦੇਣੀਆਂ। ਰੋਜ਼ ਰਾਤ ਦੀ ਰਹਿਣ ਸਵਾਈ 'ਚ ਸਾਰੇ ਨਗਰ ਨੂੰ ਵੀ ਕਹੋ, ਆਸ-ਪਾਸ ਦੇ ਨਗਰਾਂ ਵਿੱਚ ਵੀ ਸਾਰੀਆਂ ਸੰਗਤਾਂ ਹਾਜ਼ਰੀਆਂ ਭਰਨ। ਸਕੂਲਾਂ ਵਾਲੇ ਵੀ, ਸਟਾਫ ਵੀ, ਬੱਚੇ ਵੀ। ਇੱਥੇ ਵੀ ਚਾਰੇ ਦਿਨ 26, 27, 28 ਇਹ 3 ਦਿਨ ਬਣ ਗਏ। 29, 30, 31 3 ਦਿਨ ਨਾਨਕਸਰ, 3 ਦਿਨ ਇੱਥੇ ਸਾਰੀ ਹੀ ਸੰਗਤਾਂ ਪਹੁੰਚਣ ਤੇ ਵੱਧ ਤੋਂ ਵੱਧ ਸਿਮਰਨ ਕਰਕੇ ਲਿਖਵਾਓ। ਪਾਠ ਸਿਮਰਨ ਜਿੰਨਾ ਵੀ ਜ਼ਿਆਦਾ ਤੋਂ ਜ਼ਿਆਦਾ ਕਰਕੇ ਸੰਗਤ ਪਾਠ ਲਿਖਾਏ। ਸਾਰੇ ਵੱਧ ਤੋਂ ਵੱਧ ਮਾਲਾ ਫੇਰ ਕੇ
ਨਗਰ ਵਿੱਚ ਵੀ ਪਾਠ ਕਰਾਇਆ ਕਰੋ। ਬਾਬਾ ਜੀ ਦੇ ਕੋਈ ਨੌਜਵਾਨ ਗੁਰਮੁਖ ਪਿਆਰੇ ਸਾਰੇ ਪਿੰਡ 'ਚ ਮਾਲਾ ਗੁੜ ਕੇ ਦਿਓ ਕਿ ਬਾਬਾ ਜੀ ਦੇ ਜਨਮ ਦਿਹਾੜੇ 'ਤੇ ਪਾਠ ਕਰਨੇ ਆ। ਬਾਬਾ ਵਧਾਵਾ ਸਿੰਘ ਦੀ ਬਰਸੀ ਦੇ ਪਾਠ ਪੂਰੇ ਕਰਨੇ ਆ। ਇਹ ਇੰਨਾ ਮਹਿਣਾ ਨਹੀਂ ਰੱਖਦੇ। ਜਿਹੜਾ 5-7 ਹਜ਼ਾਰ ਦਿਓ ਤੇ ਖੰਡ ਪਾਠ ਸੁਣੋ ਵੀ ਨਾ, ਸੇਵਾ ਵੀ ਨਾ ਕਰੋ, ਰਖਾ ਕੇ ਚਲੇ ਜਾਓ, ਭੋਗ ਵੇਲੇ ਆ ਜਾਓ, ਇੰਨਾ ਨਹੀਂ ਫਲ ਮਿਲਦਾ। ਇਹਦਾ ਫਲ ਤਾਂ ਮਿਲਦਾ ਜੇ ਸਾਰੀ ਵਿੱਚ 2 ਦਿਨ ਪੂਰੀ ਸੇਵਾ ਕਰੋ। ਜਿਨ੍ਹਾਂ ਦੇ ਪਾਠ ਉਹਨਾਂ ਨੂੰ 2 ਦਿਨ ਪੂਰੀ ਸੇਵਾ ਲਾਈ ਜਾਂਦੀ ਭੁੱਚੋ ਸਾਹਿਬ। ਕਿ ਬਰਤਨ ਵੀ ਮਾਂਜੋ, ਪ੍ਰਸ਼ਾਦਾ ਵੀ ਛਕਾਓ, ਪਾਠ ਵੀ ਸੁਣੋ, ਤਾਂ ਪਾਠ ਦਾ ਫਲ ਮਿਲਦਾ। ਮਾਇਆ ਦੇਤੀ ਜੀ ਸਾਡਾ ਜਨਮ ਦਿਨ ਤੇ ਪਾਠ ਕਰ ਦਿਓ, ਸਾਡਾ ਬਰਸੀ ਤੇ ਕਰ ਦਿਓ। ਇਹ ਨਾ ਮਹਿਣਾ ਨਹੀਂ ਰੱਖਦਾ, ਉਹਦਾ ਮਰਿਆ ਤੋਂ ਬਾਅਦ ਵੀ ਹੋ ਜਾਏਗਾ। ਜਿਉਂਦਿਆਂ ਹੀ ਤੁਸੀਂ ਮੋਇਆ ਵਾਂਗੂ ਪਾਠ ਕਰਾਉਂਦੇ ਜੇ ਤੇ ਫਾਇਦਾ ਕੀ? ਪਾਠ ਤਾਂ ਤੁਹਾਡੇ ਮੋਇਆਂ ਤੇ ਵੀ ਹੋ ਜਾਣਾ ਹੈ। ਅਜੇ ਜਿਉਂਦੇ ਜੇ ਜਿਉਂਦੇ ਜੇ ਤੇ ਸਾਰਾ ਕੁਝ ਆਪ ਕਰੋ। ਮਰਿਆ ਤੋਂ ਬਾਅਦ ਤਾਂ ਠੀਕ ਹੈ, ਖਾਕ ਬਣ ਜਾਣੀ, ਤੁਹਾਡਾ ਪਾਠ ਹੋ ਜਾਏਗਾ। ਪਰ ਜਿਉਂਦੇ ਹੋਏ ਅਸੀਂ ਮਰ ਜਾਈਏ ਤੇ ਮਾੜੀ ਗੱਲ। ਪਾਠ ਰਖਾ ਕੇ 2 ਦਿਨ ਪੂਰੇ ਸੇਵਾ ਸਿਮਰਨ ਤੇ ਜੁੜ ਜਾਵੋ। ਇੱਥੇ ਲੰਗਰ ਛਕਾਓ, ਬਾਣੀ ਸੁਣੋ, 2-2 4-4 ਘੰਟੇ ਰਹਿਣ ਸਮਾਈਆਂ ਬੈਠੋ। ਭਾਈਆਂ ਨੂੰ ਤਾਂ ਭਾਜੜਾ ਪਾਈਆਂ ਹੋਈਆਂ ਤੁਸੀਂ ਪੈਸੇ ਦੇ ਕੇ, ਤੇ ਆਪ ਬਿਸਤਰਿਆਂ 'ਚ ਬੜੇ ਹੋਏ ਜੀ। ਕੋਈ ਐਸੀ ਪਾਠ ਰਖਾ ਕੇ ਉਹਦਾ ਵਿਚਾਰੇ ਇਸ਼ਨਾਨ ਕਰ ਕਰਕੇ 4-4 ਘੰਟਿਆਂ ਬਾਅਦ 6-6 ਘੰਟਿਆਂ ਬਾਅਦ ਆਉਂਦੇ ਆ। ਕਹਿਣਗੇ ਭਾਈ ਜੀ ਤੂੰ ਪਾਠ ਕਰੀ ਆ ਗੁਰਦੁਆਰੇ, ਤੂੰ ਨਹੀਂ ਕਰੇਗਾ ਤੇ ਤੈਨੂੰ ਕੱਢ ਦਿਆਂਗੇ ਅਸੀਂ ਭਾਵੇਂ ਸੁਣੀਏ ਨਾ ਸੁਣੀਏ, ਗੁਰਦੁਆਰੇ ਆਈਏ ਨਾ ਆਈਏ। ਜੇ ਭਾਈ ਨਹੀਂ ਪਾਠ ਕਰੇਗਾ ਤੈਨੂੰ ਕੱਢ ਦਿਆਂਗੇ ਗੁਰਦੁਆਰੇ। ਤੂੰ ਭਾਈ ਨੂੰ ਕੱਢ ਸਕਦਾ, ਤੈਨੂੰ ਵੀ ਕੋਈ ਕੱਢਣ ਵਾਲਾ ਹੈਗਾ। ਤੇਰਾ ਕੋਈ ਨਹੀਂ ਫਰਜ਼ ਬਣਦਾ ਕਿ ਗੁਰਦੁਆਰੇ ਜਾ, ਝਾੜੂ ਲਾ, ਅੰਮ੍ਰਿਤ ਵੇਲੇ ਸ਼ਾਮਾਂ ਵੇਲੇ ਸੰਗਤ 'ਚ ਹਾਜ਼ਰ ਹੋ, ਭਾਈ ਜੀ ਤੋਂ ਪਾਠ ਸੁਣ, ਭਾਈ ਜੀ ਤੋਂ ਗੁਰੂ ਗ੍ਰੰਥ ਸਾਹਿਬ ਦਾ ਪਾਠ ਸੁਣ। ਅਖੰਡ ਪਾਠ ਕਰਾਉਣਾ ਹੈ ਤੇ ਫਿਰ ਸਾਰਾ ਪਰਿਵਾਰ ਲੱਗੋ ਸੇਵਾ 'ਚ, ਨਹੀਂ ਤਾਂ ਗਿਣਤੀ ਸਾਨੂੰ ਵੀ ਫਾਇਦਾ ਹੀ ਹੈ। ਸਾਨੂੰ 4 ਪੈਸੇ ਵਿੱਚੋਂ ਨਿਕਲ ਆਉਣਗੇ। ਪਾਠੀਆਂ ਨੂੰ ਭੇਟਾ ਦੇ ਕੇ ਸਾਨੂੰ 4 ਪੈਸੇ ਬਣ ਜਾਣਗੇ। ਤੁਸੀਂ ਆਓ ਨਾ ਆਓ, ਭਾਈਆਂ ਨੂੰ ਸਾਫ਼ ਕਰ ਦਿਆਂਗੇ। ਪਰ ਬਾਬਾ ਜੀ ਨੇ ਉਨੀ ਕੋਈ ਭੇਟਾ ਰੱਖੀ ਜਿੰਨੀ ਕੁ ਪਾਠੀ ਸਿੰਘਾਂ ਨੂੰ ਤੇ ਕੜਾਹ ਪ੍ਰਸ਼ਾਦ ਤੇ ਲੰਗਰਾਂ ਦੇ ਹੋਰ ਸੇਵਾ ਜਿਹੜੀਆਂ ਹੁੰਦੀਆਂ ਨੇ ਗੁਰਦੁਆਰੇ ਵਿੱਚ, ਅਨੇਕਾਂ ਹੀ ਬਿਜਲੀ ਪਾਣੀ ਤੇ ਹੋਰ ਲੰਗਰਾਂ ਦੇ ਸਮਾਨ ਦੇ ਸਾਰਾ ਕੁਝ ਵਿੱਚੇ ਪਾ ਕੇ ਬਾਬਾ ਜੀ ਨੇ ਉਨੀ ਕੋਈ ਭੇਟਾ ਰਖਾਈ ਜਿੰਨੀ ਕੋਈ ਪਾਠੀਆਂ ਨੂੰ ਹੀ ਬਚੇ। ਕਈ ਵਾਰੀ ਇਹ ਕੋਲੋਂ ਵੀ ਕਰਨੀਆਂ ਪੈਂਦੀਆਂ। ਕੋਲੋਂ ਅਸਥਾਨ ਵੱਲੋਂ ਵੀ ਮਹਾਂ ਸੰਪੜ ਅਖੰਡ ਪਾਠ ਚੱਲਦੇ ਹੀ ਰਹਿੰਦੇ ਆ। ਇਹਦੇ ਵਿੱਚ ਕੋਈ ਕਮਾਈ ਦਾ ਸਾਧਨ ਨਹੀਂ ਰੱਖਿਆ। ਸੇਵਾ ਹੀ ਸੇਵਾ, ਬਾਬਾ ਜੀ ਨੇ ਕਿਹਾ ਸੇਵਾ ਹੀ ਸੇਵਾ ਹੈ, ਸਾਰੀ ਸੇਵਾ ਹੀ ਕਰਨੀ। ਤੇ ਸਾਵਧਾਨ ਹੋਵੋ, ਬੱਚਿਆਂ ਨੂੰ ਵੀ ਲਾਓ, ਬੀਬੀਆਂ ਨੂੰ ਵੀ, ਪਰਿਵਾਰ ਵੀ। ਬਾਬਾ ਜੀ ਦਾ ਜਨਮ ਦਿਹਾੜਾ ਆਇਆ, ਤੁਸੀਂ ਵਹੀਰਾਂ ਘੱਤ ਕੇ ਆ ਗਏ ਤੇ ਲੰਗਰ ਛਕ ਕੇ ਜਾ ਕੇ ਸੌਂ ਗਏ।
ਇਹ ਤਾਂ ਸਾਰੀ ਰਾਤ ਬੈਠੋ, ਦਿਨੇ ਸਾਰਾ ਦਿਨ ਸੇਵਾ ਕਰੋ, ਜਨਮ ਦਿਹਾੜਾ ਹੈ। ਸਾਰਾ ਦਿਨ ਸੇਵਾ ਕਰੋ, ਰਾਤੀ ਸਾਰੀ ਬਾਣੀ ਸੁਣੋ, ਫਿਰ ਇਹ ਜਨਮ ਦਿਹਾੜਾ ਹੈ। ਜੇ ਗੇੜਾ ਕੱਢ ਕੇ ਆਪਾਂ ਚਲੇ ਗਏ ਤੇ ਫਿਰ ਗੱਲ ਨਹੀਂ ਬਣਦੀ। ਤੁਸੀਂ ਸਕੂਲ ਦਾ ਗੇੜਾ ਕੱਢ ਕੇ ਚਲੇ ਜਾਇਆ ਕਰੋ ਤੇ 12ਵੀਂ ਪਾਸ ਤੁਹਾਨੂੰ ਸਰਟੀਫਿਕੇਟ ਮਿਲ ਜਾਣਗੇ। ਕਾਲਜਾਂ ਦੇ ਗੇੜੇ ਕੱਢ ਕੇ ਚਲੇ ਜਾਇਓ ਤੇ PhD ਦੇ ਤੇ ਹੋਰ MA BA ਦੇ ਲੈ ਲਿਆ ਜੀ, ਤੇ ਗੁਰਦੁਆਰੇ ਤਾਂ ਆਪਾਂ ਧੱਕੇ ਨਾਲ ਹੀ ਲੈ ਲਾਂਗੇ ਕਿ ਅਸੀਂ ਪਾਠ ਕਰਾਏ। ਇਹ ਸੇਵਾ ਨਾਲ ਮਿਲਦੇ ਆ, ਸਕੂਲਾਂ 'ਚ ਪੜ੍ਹਨ ਨਾਲ, ਕਾਲਜਾਂ 'ਚ ਪੜ੍ਹਨ ਨਾਲ ਪੜ੍ਹਾਈ ਦੀਆਂ ਡਿਗਰੀਆਂ ਮਿਲਦੀਆਂ। ਗੁਰੂ ਘਰ ਵਿੱਚ ਵੀ ਸੇਵਾ ਦੇ ਫਲ ਮਿਲਦੇ, ਗੱਲਾਂ ਦੇ ਨਹੀਂ ਮਿਲਦੇ, ਗੇੜਿਆਂ ਦੇ ਨਹੀਂ ਮਿਲਦੇ। ਉਹ ਭਲਾ ਜਿੰਨਾ ਕੁ ਤੁਸੀਂ ਆ ਕੇ ਚਲੇ ਗਏ, ਥੋੜਾ ਬਹੁਤਾ ਪਾਪ ਲੈ ਗਿਆ, ਥੋੜਾ ਬਹੁਤਾ ਚੜ ਗਿਆ, ਬਸ ਕੰਮ ਬਰਾਬਰ ਹੀ ਰਹਿੰਦਾ। ਕਈ ਤਾਂ ਦੂਣਾ ਕਹਿੰਦੇ, ਇੱਕ ਭੌ ਲੱਥੀ ਨਹਾਤਿਆਂ 2 ਭੌ ਚੜੀ ਇਸ ਹੋਰ। ਕਈ ਤਾਂ 2 ਪਾਪ ਲੈ ਕੇ ਆਉਂਦੇ ਆ ਤੀਰਥਾਂ ਤੋਂ, ਇੱਕ ਛੱਡ ਕੇ ਆਉਂਦੇ ਆ। ਮਰਜ਼ਾਦਾ ਨਹੀਂ ਰੱਖਦੇ, ਸੇਵਾ ਸਿਮਰਨ ਨਹੀਂ ਕਰਦੇ, ਨਾਮ ਨਹੀਂ ਜਪਦੇ, ਗਲਤੀਆਂ ਕਰ ਜਾਂਦੇ ਆ, ਉਹਨਾਂ ਦੇ 2 ਪਾਪ ਚੜ ਜਾਂਦੇ ਆ। ਤੇ ਜਿਹੜੇ ਆਣ ਕੇ ਆਪਦੇ ਪਾਪ ਲਾਉਂਦੇ ਆ, ਉਹ ਫਿਰ ਕੀਰਤਨ ਸੁਣਦੇ ਆ, ਕਥਾ ਸੁਣਦੇ ਆ, ਸੇਵਾ ਕਰਦੇ ਆ। ਬਾਬਾ ਜੀ ਦਾ 150 ਸਾਲ ਮਨਾਉਣਾ ਹੈ, ਸਾਨੂੰ ਕੁਝ ਸੋਝੀ ਆਉਣੀ ਚਾਹੀਦੀ ਹੈ। ਤੇ 150 ਸਾਲ ਹੀ ਬਾਬੇ ਮਾਂ ਹਰਨਾਮ ਸਿੰਘ ਦਾ, ਜਿਹੜੇ ਪੁੱਛੇ 'ਚ ਆਣ ਕੇ ਬਿਰਾਜਮਾਨ ਹੋਏ ਸੀ। ਇੰਨਾ ਕੋਈ ਸਮਾਂ ਬਾਬਾ ਵਧਾਵਾ ਸਿੰਘ ਦਾ ਬਣ ਜਾਣਾ, ਜਿਹੜੇ ਘਰ ਛੱਡ ਕੇ ਆਏ ਸੀ ਦਮਦਮਾ ਸਾਹਿਬ, ਤੇ ਦਮਦਮਾ ਸਾਹਿਬ ਤੋਂ ਲਹਿਰੇ ਖਾਨੇ ਆ ਕੇ ਬੈਠੇ ਸੀ। 150 ਸਾਲ ਕੱਲੇ ਬਾਬੇ ਨੰਦ ਸਿੰਘ ਦਾ ਨਹੀਂ, ਬਾਬਾ ਮਾਹ ਨਾਮ ਸਿੰਘ ਜੀ ਦਾ ਵੀ ਇਹ ਪੁੱਛੋ ਦੀ ਇਸ ਇਲਾਕੇ ਵਿੱਚ ਆਣ ਕੇ ਬਿਰਾਜਮਾਨ ਹੋਣਾ। ਬਾਬਾ ਵਧਾਵਾ ਸਿੰਘ ਜੀ ਦਾ ਵੀ ਇਹ ਕਿੱਥੋਂ ਆਪਦੇ ਨਗਰ ਤੋਂ ਬਾਬਾ ਵਧਾਵਾ ਸਿੰਘ ਜੀ ਇਸ ਸਥਾਨ ਤੇ ਆਣ ਕੇ ਬਿਰਾਜਮਾਨ ਹੋਏ। ਇਹਨਾਂ ਨੂੰ 150 ਸਾਲ ਹੋ ਗਿਆ, ਤੇ 150 ਸਾਲ 'ਚ ਆਪਾਂ ਨੂੰ ਸੋਝੀ ਪੈ ਜਾਣੀ ਚਾਹੀਦੀ, ਬੜੀ ਗੁਰਮਤ ਵਧਣੀ ਚਾਹੀਦੀ। ਬੜਾ ਇੰਨਾ ਜਿੰਨਾ ਨਾਮ ਜਪਿਆ ਜਪਾਇਆ ਜਾ ਰਿਹਾ, ਗੁਰੂ ਲੜ ਲਾਇਆ ਜਾ ਰਿਹਾ। ਹੁਣ ਨੂੰ ਅਸੀਂ ਪੂਰੇ ਲੱਗੇ ਹੁੰਦੇ, ਜੇ ਬੱਚਿਆਂ ਨੂੰ ਤੋਰਦੇ, ਆਪ ਤੁਰਦੇ, ਸੰਗੀਆਂ ਸਾਥੀਆਂ ਨੂੰ ਤੋਰਦੇ। ਇਹ ਪਿੱਛੇ ਭੁੱਲ ਹੋ ਗਈ ਤੇ ਹੁਣ ਗਾਂਹ ਸਮਝ ਜਾਵੋ। ਹੁਣ ਹੁਕਮਨਾਮਾ ਸਰਵਣ ਕਰੋ, ਫਿਰ ਪਾਠ ਹੋਏਗਾ ਸੁਖਮਨੀ ਦਾ ਇੱਥੇ ਹੀ। ਇੱਥੋਂ ਵਾਲੀ ਸੰਗਤ ਇੱਥੋਂ ਪਾਠ ਕਰਕੇ ਪੁੱਛੋ ਆਏਗੀ। ਤੁਸੀਂ ਸਾਰਿਆਂ ਨੇ ਪਾਠ ਕਰਕੇ ਜਾਣਾ ਸੁਖਮਨੀ ਦਾ। ਕੀਰਤਨ ਵਾਲੇ ਫਿਰ ਕੀਰਤਨ ਸ਼ੁਰੂ ਕਰਨਗੇ। ਹੁਕਮਨਾਮੇ ਤੋਂ ਬਾਅਦ ਸ਼ਾਮ ਦਾ ਦੀਵਾਨ ਸਜੇਗਾ। ਸਤਿ